ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਇੱਕ ਵਾਰ ਫਿਰ ਡਾਕਟਰ ਐਚਪੀ ਹੈਲਥ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਮੈਂ ਕਿਹਾ ਸੀਗਾ, ਅਸੀਂ ਹਰ ਵਾਰੀ ਇੱਕ ਨਵੇਂ ਸਪੈਸ਼ਲਿਸਟ ਨਾਲ, ਨਵੀਆਂ ਬਿਮਾਰੀਆਂ ਦੇ ਨਾਲ ਤੁਹਾਨੂੰ ਅਸੀਂ ਤਾਰੁਫ ਕਰਾਵਾਂਗੇ। ਅੱਜ ਅਸੀਂ ਇੱਕ ਹੋਰ ਬੜੀਆਂ ਕਾਮਨ ਪ੍ਰੋਬਲਮਸ ਜਿਹੜੀਆਂ ਸਰਦੀਆਂ ਦੇ ਵਿੱਚ ਖਾਸ ਤੌਰ 'ਤੇ ਸਾਨੂੰ ਮਿਲਦੀਆਂ ਨੇ, ਐਂਡ ਉਹ ਹੈ ਖਾਂਸੀ, ਜ਼ੁਕਾਮ, ਕਦੀ ਨਸੀਰ ਦਾ ਫੁੱਟਣਾ। ਇਹ ਪ੍ਰੋਬਲਮਸ ਲਈ ਅਸੀਂ ਆਪਣੇ ਸਟੂਡੀਓ ਦੇ ਵਿੱਚ ਇੱਕ ਬੜੇ ਰਿਨਾਊਂਡ ENT ਸਪੈਸ਼ਲਿਸਟ, ਕੰਨ ਨੱਕ ਗਲੇ ਦੇ ਸਪੈਸ਼ਲਿਸਟ ਡਾਕਟਰ ਰਾਜਾ ਰਮਨਬੀਰ ਨੂੰ ਆਮੰਤਰਿਤ ਕੀਤਾ ਹੈ। ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਸਟੂਡੀਓ 'ਚ ਆਏ ਹੋ। ਥੈਂਕ ਯੂ ਸਰ। ਐਂਡ ਮੈਂ ਪਹਿਲਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਇਹੋ ਹੀ ਪੁੱਛਣਾ ਚਾਹਾਂਗਾ ਕਿ ਇਹ ਜਿਹੜੀਆਂ ਕੰਨ ਨੱਕ ਗਲੇ ਦੀਆਂ ਪ੍ਰੋਬਲਮਸ ਹੈ ਜੀ ਸਰ, ਇਹ ਸਰਦੀਆਂ ਦੇ ਵਿੱਚ ਕਾਫੀ ਕਾਮਨ ਪਾਈਆਂ ਜਾਂਦੀਆਂ ਹੈ, ਜਿਵੇਂ ਖਾਂਸੀ, ਜ਼ੁਕਾਮ, ਇਹ ਬੜਾ ਕਾਮਨ ਹੈ। ਐਂਡ ਲੋਕੀ ਇਹਦੇ ਲਈ ਬੜੀਆਂ ਭਾਂਤ ਦੀਆਂ ਆਯੁਰਵੈਦਿਕ ਦਵਾਈਆਂ ਇਹ ਉਹ ਕਰਦੇ ਹੈ। ਤੁਸੀਂ ਇਹਦੇ ਬਾਰੇ ਕੀ ਦੱਸਣਾ ਚਾਹੋਗੇ ਸਾਡੇ? ਸਰ ਜਿਸ ਤਰ੍ਹਾਂ ਤੁਸੀਂ ਕੁਐਸਚਨ ਪੁੱਛਿਆ ਹੈਗਾ ਕਿ ਸਰਦੀ ਦੇ ਅੰਦਰ ਇਹ ਚੀਜ਼ਾਂ ਪ੍ਰੋਨ ਹੋ ਜਾਂਦੀਆਂ ਹਨ, ਇਸ ਦਾ ਸਭ ਤੋਂ ਕਾਮਨ ਰੀਜ਼ਨ ਇਹ ਹੈ ਕਿ ਮਤਲਬ ਜਿਹੜੇ ਕੋਮੈਂਸਲਸ ਹੁੰਦੇ ਨੇ ਉਹ ਆਲਰੇਡੀ ਸਾਡੇ ਗਲੇ ਦੇ ਅੰਦਰ, ਨੱਕ ਦੇ ਅੰਦਰ ਔਰ ਮਤਲਬ ਹੋਰ ਵੀ ਜਿਵੇਂ ਕਾਮਨ ਜਗ੍ਹਾ ਦੇ ਅੰਦਰ ਰਹਿੰਦੇ ਹੈਗੇ। ਤਾਂ ਉਹਨਾਂ ਨੂੰ ਜਸਟ ਇਹ ਜਦੋਂ ਇਹ ਮਤਲਬ ਠੰਡ ਹੁੰਦੀ ਹੈ ਤਾਂ ਦੇ ਗੈਟ ਅ ਮੀਡੀਅਮ, ਤਾਂ ਉਸ ਤੋਂ ਵਜ੍ਹਾ ਨਾਲ ਉਹ ਇੱਕ ਕਿਸਮ ਦਾ ਜਦੋਂ ਉਹਨਾਂ ਨੂੰ ਮੀਡੀਅਮ ਮਿਲਦਾ ਤਾਂ ਦੇ ਗਰੋ, ਹੈ ਨਾ। ਤਾਂ ਇਹੀ ਵਜ੍ਹਾ ਰਹਿੰਦੀ ਹੈ ਕਿ ਜ਼ੁਕਾਮ ਕਾਮਨ, ਇਹ ਸਾਰੀਆਂ ਡਿਜ਼ੀਜ਼ ਬਹੁਤ ਕਾਮਨ ਹੋ ਜਾਂਦੀਆਂ ਨੇ, ਇਮਿਊਨਿਟੀ ਲੋ ਹੋ ਜਾਂਦੀ ਹੈ ਆਦਮੀ ਦੀ। ਸੋ ਦਿਸ ਇਜ਼ ਦ ਮੋਸਟ ਕਾਮਨ ਰੀਜ਼ਨ। ਕੀ ਕਰਨਾ ਚਾਹੀਦਾ ਸਾਨੂੰ ਆਪਾਂ ਇਹ ਚੀਜ਼ਾਂ ਤੋਂ, ਸਰਦੀਆਂ ਤੋਂ ਜਿਹਨਾਂ ਤੋਂ ਬਚ ਸਕੀਏ? ਸਰ ਫਸਟ ਆਫ ਆਲ ਬੰਦੇ ਨੂੰ ਅਸੀਂ ਇਹੀ ਕਰ ਸਕਦੇ ਹਾਂ ਕਿ ਜਸਟ ਵੀ ਹੈਵ ਟੂ ਵੀਅਰ ਦ ਵਾਰਮ ਕਲੋਥਸ, ਹੋਰ ਗਰਮ ਪਾਣੀ ਵਗੈਰਾ ਜਿਹੜੀਆਂ ਚੀਜ਼ਾਂ ਸਾਡੇ ਬਜ਼ੁਰਗ ਜਿਸ ਤਰ੍ਹਾਂ ਦੱਸਦੇ ਹੈਗੇ, ਔਰ ਜਸਟ ਟੀ ਕਾਫੀ ਏ ਡੇ, ਐਂਡ ਥੀਸ ਆਲ ਥਿੰਗਸ ਵੀ ਕੈਨ ਡੂ। ਹਾਂ, ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਲੋਕੀ ਸਰਦੀਆਂ ਦੇ ਵਿੱਚ ਜਿਵੇਂ ਹੀਟਰ ਦਾ ਇਸਤੇਮਾਲ ਕਰਨਾ, ਬਲੋਅਰ ਇਸਤੇਮਾਲ ਕਰਨਾ ਆਪਣੇ ਰੂਮਸ ਦੇ ਵਿੱਚ। ਕਈ ਪੁਰਾਣੇ ਜ਼ਮਾਨੇ ਦੇ, ਅੱਜ ਕੱਲ੍ਹ ਤੇ ਨਹੀਂ ਹੁੰਦਾ ਹੋਏਗਾ, ਮੈਨੂੰ ਪਤਾ ਨਹੀਂ ਪਿੰਡਾਂ 'ਚ ਕੀ ਹਾਲ ਹੈ ਹਾਲੇ ਵੀ, ਅੰਗੀਠੀਆਂ ਦਾ ਇਸਤੇਮਾਲ ਕਰਨਾ, ਇਹ ਚੀਜ਼ਾਂ ਪ੍ਰੈਸੀਪੀਟੇਟ ਕਰਦੀਆਂ ਇਹ ਚੀਜ਼ਾਂ ਸਭ ਕੁਝ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸ਼ੁੱਡ ਅਵੋਇਡ ਥੀਸ ਥਿੰਗਸ, ਕਿਉਂਕਿ ਤੁਸੀਂ ਆਮ ਸੁਣਿਆ ਹੋਣਾ ਹੈ ਕਿ ਜਿਸ ਤਰ੍ਹਾਂ ਅੰਗੀਠੀ ਦੀ ਵਜ੍ਹਾ ਨਾਲ ਕਾਰਬਨ ਮੋਨੋਕਸਾਈਡ ਪੋਇਜ਼ਨਿੰਗ ਹੋ ਜਾਂਦੀ ਲੋਕਾਂ ਨੂੰ, ਔਰ ਦੂਜਾ ਜਿਹੜਾ ਹੀਟਰ ਹੈਗਾ ਇਟ ਗਿਵਸ ਦਾ ਨੇਜ਼ਲ ਮਿਊਕੋਜ਼ਾ ਏ ਡਰਾਈਨੈਸ, ਤਾਂ ਇਸ ਮੋਇਸਚਰ ਸ਼ੁੱਡ ਬੀ ਦੇਅਰ। ਜਿਵੇਂ ਉਸ ਨੂੰ ਅਸੀਂ ਐਵੇਂ ਕਰ ਸਕਦੇ ਹਾਂ, ਅਗਰ ਕਮਰੇ ਦੇ ਅੰਦਰ ਬਲੋਅਰ ਲਗਾਇਆ ਦਾ ਹੈਗਾ ਤਾਂ ਵੀ ਸ਼ੁੱਡ ਯੂਜ਼ ਇਲੈਕਟ੍ਰਿਕ ਕੈਟਲ, ਵਾਟਰ ਦੇ ਅੰਦਰ ਪਾਤਾ ਉਹਨੂੰ, ਤਾਂ ਕਿ ਕਮਰੇ ਦਾ ਜਿਹੜਾ ਐਟਮੋਸਫੇਅਰ ਹੈ ਉਹ ਮੋਇਸਟ ਰਹੇ। ਕੋਈ ਪਾਣੀ ਦਾ ਸੋਰਸ, ਹਾਂ, ਜਿਵੇਂ ਕੋਈ ਬੋਇਲਰ ਹੀ ਪਿਆ ਦਾ ਹੋਏ ਜਿਹੜਾ ਪਾਣੀ ਰੂਮ ਨੂੰ ਥੋੜਾ ਹਿਊਮਿਡ ਰੱਖੇ, ਤਾਂ ਕਿ ਉਹ ਜਿਹੜੀਆਂ ਨੇਜ਼ਲ ਡਿਜ਼ੀਜ਼ ਹੈਗੀਆਂ ਜਾਂ ਕੋਈ ਵੀ ਡਿਜ਼ੀਜ਼ ਹਨ ਉਹ ਮਤਲਬ ਇੰਨਾ ਇਫੈਕਟ ਨਾ ਕਰ ਪਾਏ। ਤੇ ਤੁਸੀਂ ਆਮ ਤੌਰ ਤੇ ਤੁਸੀਂ ਸੋਚਦੇ ਆ ਵੀ ਜਿਹੜਾ ਖਾਂਸੀ ਜ਼ੁਕਾਮ ਹੈ 5-7 ਦਿਨਾਂ ਵਿੱਚ ਠੀਕ ਹੋ ਜਾਂਦਾ, ਕਿਸੇ ਵੀ ਦਵਾਈ ਦੀ ਸਾਨੂੰ ਲੋੜ ਨਹੀਂ ਹੈ। ਐਗਜ਼ੈਕਟਲੀ। ਸੋ ਕਿਸ ਸਟੇਜ ਦੇ ਉੱਤੇ ਇੱਕ ਆਮ ਪੇਸ਼ੈਂਟ ਨੂੰ, ਆਮ ਬੰਦੇ ਨੂੰ ਡਾਕਟਰ ਕੋਲ ਜਾ ਕੇ ਐਡਵਾਈਸ ਲੈਣ ਦੀ ਲੋੜ ਪੈਣੀ ਚਾਹੀਦੀ? ਸਰ ਮੈਨੂੰ ਲੱਗਦਾ ਹੈ ਸਾਡੀ ਸੋਚ ਹੀ ਗਲਤ ਹੈ ਕਿ ਵੀ ਸ਼ੁੱਡ ਮਤਲਬ ਪਹਿਲੇ ਦਿਨ ਤੋਂ ਹੀ ਵੀ ਸ਼ੁੱਡ, ਔਰ ਸੈਕਿੰਡ ਡੇ ਤੋਂ ਜਦ ਵੀ ਬੰਦੇ ਨੂੰ ਕੋਈ ਡਿਜ਼ੀਜ਼ ਹੁੰਦੀ ਹੈ ਵੀ ਸ਼ੁੱਡ ਕੰਸਲਟ ENT ਸਰਜਨ। ਅਗਰ ਜ਼ੁਕਾਮ ਹੈ ਹੀ ਵਿਲ ਸੀ ਦ ਸਿੰਪਟਮਸ ਕਿ ਤੁਹਾਨੂੰ ਕੀ ਦਿੱਕਤ ਹੈ, ਡਿਊਰੇਸ਼ਨ ਆਫ ਸਿੰਪਟਮਸ, ਹੈ ਨਾ। ਅਕੋਰਡਿੰਗਲੀ ਤੁਹਾਡੀ ਉਹੀ ਡਿਜ਼ੀਜ਼ਸ ਫਿਰ ਪਤਾ ਕਰ ਪਾਵਾਂਗੇ ਅਗਰ ਡਿਊਰੇਸ਼ਨ ਕੀ ਹੈ। ਅਗਰ ਕਈ ਲੋਕਾਂ ਦੀ ਜਿਵੇਂ ਨੱਕ ਦੀਆਂ ਹੱਡੀਆਂ ਕਹਿੰਦੇ ਆ, ਜਿਵੇਂ ਆਮ ਭਾਸ਼ਾ ਦੇ ਅੰਦਰ ਨੱਕ ਦੀ ਹੱਡੀ ਟੇਢੀ ਹੈ, ਔਰ ਕਈਆਂ ਨੂੰ ਸਾਈਨਸ 4 ਸਪੇਸਿਸ ਹੁੰਦੀਆਂ ਹਨ ਸਾਡੇ ਨੱਕ ਦੇ ਆਲ ਅਰਾਊਂਡ, ਉਸ ਦੇ ਅੰਦਰ ਫੁਲਫਿਲਮੈਂਟ ਹੋ ਜਾਂਦੀ ਹੈ, ਇੱਕ ਰੇਸ਼ਾ ਇਕੱਠਾ ਹੋ ਜਾਂਦਾ, ਉਹਨੂੰ ਕਹਿੰਦੇ ਆ ਸਾਈਨੋਸਾਈਟਸ, ਹੈ ਨਾ। ਔਰ ਇਸ ਤਰੀਕੇ ਦੀ ਜਿਹੜੀਆਂ ਵੀ ਡਿਜ਼ੀਜ਼ ਉਹਨਾਂ ਨੂੰ ਰੂਲ ਆਊਟ ਕਰ ਪਾਵਾਂਗੇ, ਈਜ਼ੀਲੀ ਰੂਲ ਆਊਟ ਕਰ ਪਾਵਾਂਗੇ। ਡਿਊਰੇਸ਼ਨ ਦੇਖਣੀ ਹੁੰਦੀ ਹੈ ਮੇਨ, ਕਿੰਨੇ ਲੰਬੇ ਸਮੇਂ ਤੋਂ ਹੈ, ਤਾਂ ਉਸ ਦੇ ਅਕੋਰਡਿੰਗਲੀ ਅਸੀਂ ਵਿਦ ਦਾ ਹੈਲਪ ਆਫ ਸਕੈਨਸ ਐਂਡ ਇਨਵੈਸਟੀਗੇਸ਼ਨਸ ਅਸੀਂ ਉਸ ਨੂੰ ਰੂਲ ਆਊਟ ਕਰਦੇ ਹਾਂ। ਅੱਜ ਕੱਲ੍ਹ ਜਿਵੇਂ ਕਰੋਨਾ ਦਾ ਵੀ ਬੜਾ ਕੰਮ ਚੱਲ ਰਿਹਾ ਹੈ ਜੀ ਸਰ, ਤਾਂ ਸਿੰਪਟਮਸ ਤੇ ਆਲਮੋਸਟ ਸੇਮ ਹੈ। ਐਗਜ਼ੈਕਟਲੀ। ਸੋ ਇਸ ਦੇ ਕੋਈ ਇਹੋ ਜਿਹਾ ਤਰੀਕਾ ਹੈ ਜਿਹੜਾ ਪੇਸ਼ੈਂਟ ਤੋਂ ਵੇਖ ਕੇ ਅਸੀਂ ਇਹ ਡਿਫਰੈਂਸ਼ੀਏਟ ਕਰ ਸਕੀਏ ਕਿ ਇਹ ਕਰੋਨਾ ਨਹੀਂ ਹੈ, ਆਮ ਫਲੂ ਹੈ? ਸਰ ਕਰੋਨਾ ਇਜ਼ ਇਟਸੈਲਫ ਅ ਫਲੂ, ਸੋ ਇਟਸ ਵੈਰੀ ਡਿਫੀਕਲਟ ਟੂ ਡਿਫਰੈਂਸ਼ੀਏਟ। ਤਾਂ ਉਹਦੇ ਵਾਸਤੇ ਜਿਹੜੇ ਮੋਡੀਫਾਈਡ ਟੈਸਟ ਹੈਗੇ, ਜਿਹੜੇ ਆਪਣੇ RT-PCR ਵਗੈਰਾ ਹੈਗੇ, ਉਹੀ ਮਤਲਬ ਵੀ ਸ਼ੁੱਡ ਸੀ। ਐਂਡ ਅਦਰ ਮਤਲਬ ਜਿਵੇਂ ਸਿੰਪਟਮਸ ਹੈਗੇ, ਮਤਲਬ ਜਿਹੜੇ ਫਲੂ ਵਿੱਚ ਨਹੀਂ ਹੁੰਦੇ, ਵੀ ਆਲਸੋ ਹੈਵ ਟੂ ਰੂਲ ਆਊਟ ਦੈਟ ਥਿੰਗਸ ਆਲਸੋ। ਤੇ ਫਿਰ ਆਮ ਤੌਰ ਤੇ ਸਾਨੂੰ ਆਪਣੀ ਇਹਦੇ ਲਈ ਕੋਈ ਮੈਡੀਸਨ ਕੋਈ ਲੈਣੀ ਚਾਹੀਦੀ ਹੈ ਵਿਦਆਊਟ ਕੰਸਲਟੇਸ਼ਨ? ਕੋਈ ਹਾਊਸ ਹੋਲਡਰ ਰੈਮਡੀ? ਸਰ ਮੈਂ ਤੁਹਾਨੂੰ ਦੱਸਦਾ, ਜੇ ਮਤਲਬ ਜਿਹੜੀਆਂ ਕਾਫੀ ENT ਪ੍ਰੋਬਲਮਸ ਹਨ ਉਹ ਬਿਕੋਜ਼ ਆਫ ਦਿਸ ਹੈਗੇ ਆ ਕਿ ਕਿਉਂਕਿ ਜਿਹੜੀਆਂ ਔਨ ਦਾ ਟੇਬਲ ਵਿਦਆਊਟ ਪ੍ਰਿਸਕ੍ਰਿਪਸ਼ਨ, ਜਿਹੜੇ ਵਿਦਆਊਟ ਕੰਸਲਟੇਸ਼ਨ ਆਫ ਪ੍ਰੋਪਰ ਕੰਸਲਟੇਟ ਜਿਹੜਾ ਹੈਗਾ ਰਿਲੇਟਡ ਟੂ ਜਿਸ ਤਰ੍ਹਾਂ ENT ਸਰਜਨ ਹੈਗਾ ਜਾਂ ENT ਫਿਜ਼ੀਸ਼ੀਅਨ ਕਈ ਜਿਹੜੇ ਹੈਗੇ, ਉਹਨਾਂ ਤੋਂ ਵਿਦਆਊਟ ਪ੍ਰਸਕ੍ਰਾਈਬ ਜਿਹੜੀਆਂ ਮੈਡੀਕੇਸ਼ਨਸ ਉਸ ਦੀ ਵਜ੍ਹਾ ਨਾਲ
ਮਤਲਬ ਬੜੀ ਕਾਮਨ ਪ੍ਰੈਜੈਂਟੇਸ਼ਨ ਆਉਂਦੀ ਹੈ। ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ। ਮੈਂ ਜਿਵੇਂ ਕੱਲ੍ਹ ਇੱਕ ਪੇਸ਼ੈਂਟ ਦੇਖਿਆ, ਉਹ ਮੈਨੂੰ ਕਹਿੰਦਾ ਹੈ ਕਿ ਮਤਲਬ ਹੀ ਇਜ਼ ਹੈਵਿੰਗ ਦਾ ਨੇਜ਼ਲ obstruction। ਸੋ ਦੈਟ ਨੇਜ਼ਲ obstruction ਇਜ਼ ਸਿੰਸ ਫਰੋਮ 4 to 5 years ਉਹਨੂੰ ਹੈਗੀ। ਉਹ ਕਹਿੰਦਾ ਮੈਂ ਆਟਰਵਿਨ ਡ੍ਰੌਪਸ ਪਾਉਂਦਾ, ਇੱਕ ਬੜੀ ਕਾਮਨ ਆਟਰਵਿਨ ਡ੍ਰੌਪਸ ਹੈਗੀ ਨੇਜ਼ਲ ਮਤਲਬ ਉਹਨੂੰ ਬਲੋਕੇਜ ਨੂੰ ਖਤਮ ਕਰਨ ਵਾਸਤੇ। ਸੋ ਇਟ ਇਜ਼ ਓਵਰ ਦਾ ਕਾਊਂਟਰ ਡਰਗ। ਬੰਦਾ ਜਾਂਦਾ, ਮੈਂ ਕਹਿੰਦਾ ਮੇਰਾ ਨੱਕ ਬੰਦ ਹੁੰਦਾ, ਉਹ ਦੇ ਦਿੰਦਾ ਉਹਨੂੰ। ਸੋ ਇਟਸ, ਮੈਂ ਤੁਹਾਨੂੰ ਦੱਸਾਂ, ਇਫ ਇਟ ਕਾਜ਼ਜ਼ ਅ ਰਿਨਾਊਂਡ ਫਿਨੋਮੀਨਾ or it causes a disease that is known as the rhinitis medicamentous. Whenever the patient puts a drop, it gets relieved. So it addiction sort of thing, yeah, हाँ उन्हें लोड पैंदी है। और this is because of over the counter drugs। मतलब we should not use Otrivin for more than 10 days। ਇਹਦੇ ਤੁਹਾਡਾ ENT ਦਾ ਪਾਰਟ ਹੈ Otrivin ਨੇ ਲੈ ਕੇ, ਪਰ ਮੈਂ ਐਜ਼ ਏ ਹਾਰਟ ਸਪੈਸ਼ਲਿਸਟ ਨੂੰ ਤੁਹਾਨੂੰ ਦੱਸਦਾ ਕਿ Otrivin ਦੇ ਓਵਰ ਯੂਜ਼ ਦੇ ਨਾਲ ਅਸੀਂ ਬੜੇ ਪੇਸ਼ੈਂਟ ਦੇਖੇ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ। ਇਸ ਸਿੰਪਟੋਮੈਟਿਕ ਤੋਂ ਇਹਦੇ ਨਾਲ ਕੀ ਹੁੰਦਾ ਹੈ ਕਿ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਬਲੌਕ ਹੋ ਜਾਂਦੀ ਹੈ, ਬਲੱਡ ਪ੍ਰੈਸ਼ਰ ਵੱਧ ਜਾਂਦਾ ਪੇਸ਼ੈਂਟ ਨੂੰ। ਸੋ ਕਦੀ ਵੀ Otrivin ਓਵਰ ਯੂਜ਼ ਨਹੀਂ ਕਰਨਾ ਚਾਹੀਦਾ। ਜੇ ਤੁਹਾਨੂੰ ਇਹਦੀ ਜ਼ਿਆਦਾ ਲੋੜ ਪੈਂਦੀ ਹੈ ਤੇ ਫਿਰ ਜ਼ਰੂਰ ਆਪਣੇ ENT ਸਪੈਸ਼ਲਿਸਟ। ਸਰ ਇੱਕ ਈਜ਼ੀ ਕ੍ਰਾਈਟੇਰੀਆ, ਵੀ ਸ਼ੁਡ ਨਾਟ ਮੋਰ ਯੂਜ਼ ਇਨ 10 days। और if you are a heart patient, there is a saline component drops, वो we can better explain ਜਦੋਂ patient ਸਾਡੇ ਕੋਲ ਆਏਗਾ। ਐਵੇਂ ਅਸੀਂ ਕੋਈ ਚੀਜ਼ ਦੱਸਦੇ ਹਾਂ ਤਾਂ patient start using it। ਸੋ ਮੇਨ ਪਰਪਸ ਇਹ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਸਿਸਟਮ ਹੁੰਦੇ ਤਕਲੀਫ ਹੁੰਦੀ ਹੈ, ਠੀਕ ਹੈ, ਇੱਕ ਦੋ ਦਿਨ ਤੁਸੀਂ ਆਊਟ ਬੋਰਡ ਕਰ ਲਓ, ਪਰ ਉਸ ਤੋਂ ਬਾਅਦ ਤੁਹਾਨੂੰ ਆਪਣੇ ENT ਸਪੈਸ਼ਲਿਸਟ ਨੂੰ ਜ਼ਰੂਰ ਦਿਖਾਉਣਾ ਚਾਹੀਦਾ। ਸੋ ਇਹ ਤੇ ਡਾਕਟਰ ਰਾਜਾ ਇੱਕ ਬੜੀ ਕਾਮਨ ਜੀ ਪ੍ਰੋਬਲਮ ਸੀਗੀ। ਇੱਕ ਹੋਰ ਬੜੀ ਕਾਮਨ ਪ੍ਰੋਬਲਮ ਜਿਹੜੀ ਅਸੀਂ ਸਰਦੀਆਂ ਦੇ ਵਿੱਚ ENT ਨਾਲ ਰਿਲੇਟਡ ਦੇਖਦੇ ਹਾਂ, ਉਹ ਹੈ ਨਸੀਰ ਦਾ ਫੁੱਟਣਾ। ਅਸੀਂ ਆਪਣੀ ਭਾਸ਼ਾ 'ਚ ਉਹਨੂੰ ਐਪੀਸਟੈਕਸਿਸ ਕਹਿੰਦੇ ਹਾਂ। ਐਗਜ਼ੈਕਟਲੀ। ਬੜੇ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਜੀ, ਸਾਡਾ ਨਸੀਰ ਫੁੱਟ ਗਈ, ਖੂਨ ਆ ਗਿਆ ਨੱਕ 'ਚੋਂ, ਐਂਡ ਉਹਨੂੰ ਖੂਨ ਜਦੋਂ ਵੀ ਆਵੇ ਪੇਸ਼ੈਂਟਸ ਬੜੇ ਉਹਨੂੰ ਸੀਰੀਅਸਲੀ ਲੈਂਦੇ ਆ। ਸੋ ਉਹਦੇ ਬਾਰੇ ਤੁਹਾਡਾ ਕੀ ਕਹਿਣਾ? Sir, epistaxis is a very common presentation in ENT, but 80% of the ਜਿਹੜੀ epistaxis is the cause high blood pressure ਹੀ ਹੁੰਦਾ ਹੈ। ਤਾਂ ਬਾਕੀ ਜਿਹੜਾ epistaxis ਦੇ ਹੋਰ ਵੀ ਕਈ ਕਾਰਨ ਹੈਗੇ, ਜਿਵੇਂ ਹੈਰੀਡਿਟਿਕ ਹੁੰਦੇ ਨੇ ਕਈ ਜਿਹੜੇ ਮਿਡਲ ਏਜ ਗਰੁੱਪ ਵਿੱਚ ਅਗਰ ਹੋਏਗਾ ਤਾਂ ਜੇ ਕੁਛ ਮੈਲੀਗਨੈਂਟ ਜਾਂ ਕੈਂਸਰਸ ਡਿਜ਼ੀਜ਼ ਦੀ ਵਜ੍ਹਾ ਨਾਲ ਵੀ ਹੁੰਦਾ ਹੈ। ਤਾਂ ਫਸਟ ਆਫ ਆਲ ਵੀ ਸ਼ੁਡ ਟੇਕ ਇਟ ਈਜ਼ੀ ਕਿ ਇੰਨਾ ਕੋਈ ਡਿਫੀਕਲਟ ਮਤਲਬ ਚੀਜ਼ ਨਹੀਂ ਹੈ, ਜਾਂ ਮਤਲਬ ਇੰਨੀ ਕੋਈ ਘਬਰਾਉਣ ਵਾਲੀ ਲੋੜ ਨਹੀਂ ਹੈ ਬੰਦੇ ਨੂੰ। ਬਟ ਵੀ ਸ਼ੁਡ ਗੋ ਟੂ ENT ਸਰਜਨ। ਐਂਡ ਫਸਟ ਆਫ ਆਲ ਅਗਰ ਕਿਸੇ ਨੂੰ ਐਪਿਸਟੈਕਸਿਸ ਹੁੰਦੀ ਹੈ, ਮੈਂ ਹੋਮ ਰੈਮੇਡੀ ਇਹੀ ਕਹਿੰਦਾ ਬੰਦੇ ਨੂੰ, ਜਸਟ ਕੀਪ ਅ ਪ੍ਰੈਸ਼ਰ ਔਨ ਯੋਰ ਨੋਸਟ੍ਰਿਲ ਸੋ ਦੈਟ ਇਟ ਸ਼ੁਡ ਸਟੋਪ। ਥੋੜ੍ਹਾ ਬਹੁਤ ਬੰਦੇ ਨੂੰ ਬਲੱਡ ਲਾਸ ਨਾ ਹੋਏ, ਪੇਸ਼ੈਂਟ ਸ਼ੌਕ ਦੇ ਵਿੱਚ ਨਾ ਜਾਏ। ਤਾਂ ਇਨ ਦਾ ਮੀਨ ਵਾਈਲ ਹੀ ਸ਼ੁਡ ਗੋ ਟੂ ਦਾ ਹਸਪੀਟਲ for further evaluation। ਅਸੀਂ ਬਲੱਡ ਪ੍ਰੈਸ਼ਰ ਦੇ ਬੜੇ ਪੇਸ਼ੈਂਟ ਸਰਦੀਆਂ ਦੇ ਵਿੱਚ ਸਾਡੇ ਬਲੱਡ ਪ੍ਰੈਸ਼ਰ ਦੇ ਜਿਹੜੇ ਪੇਸ਼ੈਂਟ ਹੈ ਉਹਨਾਂ ਨੂੰ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਐਂਡ ਉਹ ਮੈਡੀਸਨ ਸਾਨੂੰ ਕਈ ਵਾਰ ਮੈਡੀਸਨ ਵੀ ਐਡਜਸਟ ਕਰਨੀਆਂ ਪੈਂਦੀਆਂ। ਸਰਦੀਆਂ 'ਚ ਅਸੀਂ ਮੈਡੀਸਨ ਵਧਾ ਦਿੰਦੇ ਹਾਂ, ਗਰਮੀਆਂ 'ਚ ਅਸੀਂ ਮੈਡੀਸਨ ਘਟਾ ਦਿੰਦੇ ਹਾਂ, ਪਰ ਆਮ ਤੌਰ 'ਤੇ ਲੋਕ ਇੱਕ ਫਿਕਸਡ ਮੈਡੀਸਨ ਖਾਈ ਜਾਂਦੇ ਆ, BP ਚੈੱਕ ਕਰਦੇ ਨਹੀਂ। ਸੋ ਸਰਦੀਆਂ ਦੇ 'ਚ ਉਹਨਾਂ ਦਾ BP ਵੱਧ ਜਾਂਦਾ। ਸੋ BP ਵਧਣ ਦੇ ਨਾਲ ਐਪੀਸਟੈਕਸਿਸ ਦਾ ਹੋਣਾ ਜਾਂ ਨੱਕ 'ਚੋਂ ਖੂਨ ਆਉਣਾ, ਇਹ ਰੱਬ ਦਾ ਬਣਾਇਆ ਹੋਇਆ ਇੱਕ ਡਿਫੈਂਸ ਫਿਨੋਮੀਨਾ ਹੈ। ਜਿਵੇਂ ਤੁਸੀਂ ਪ੍ਰੈਸ਼ਰ ਕੁੱਕਰ ਹੁੰਦਾ ਹੈ, ਪ੍ਰੈਸ਼ਰ ਕੁੱਕਰ ਦੇ ਵਿੱਚ ਜਦੋਂ ਉਹਦੇ ਅੰਦਰ ਕੁੱਕਰ ਦੇ ਵਿੱਚ ਪ੍ਰੈਸ਼ਰ ਵੱਧ ਜਾਂਦਾ ਹੈ ਤਾਂ ਉਹਦੀ ਸੀਟੀ ਵੱਜਦੀ ਹੈ, ਵੈਲਵ ਲੱਗਾ ਹੋਇਆ, ਇੱਦਾਂ ਹੀ ਇੱਥੇ ਵੈਲਵ ਲੱਗਾ ਹੋਇਆ। ਪਰ ਇਹ ਆਟੋਮੈਟਿਕ ਰੱਬ ਦੇ ਮੈਥਡ ਦੇ ਨਾਲ, ਨੈਚੁਰਲ ਵੇ ਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਘਟਾਉਣ 'ਚ ਮਦਦ ਕਰਦਾ ਹੈ। ਬਟ ਇਹ ਇੱਥੇ ਤੱਕ ਖਤਮ ਨਹੀਂ। ਤੁਸੀਂ ਜ਼ਰੂਰ ਜਦੋਂ ਵੀ ਤੁਹਾਨੂੰ ਇੱਕ ਨੱਕ ਤੋਂ ਬਲੀਡਿੰਗ ਹੁੰਦੀ ਹੈ, ਆਪਣੇ ਡਾਕਟਰ ਨੂੰ ਕੰਸਲਟ ਕਰਕੇ ENT ਸਪੈਸ਼ਲਿਸਟ ਨੂੰ ਜ਼ਰੂਰ ਤੇ ਜ਼ਰੂਰ ਕਰਨਾ, ਆਪਣਾ ਕੰਸਲਟ ਕਰਨਾ ਚਾਹੀਦਾ ਤਾਂ ਕਿ ਉਹਦਾ ਐਪਰੋਪਰੀਏਟ ਅਸੀਂ ਇਲਾਜ ਕਰ ਸਕੀਏ। ਇਹ ਹੋਰ ਵੀ ਕਾਰਨ, ਇੱਕ ਬਲੱਡ ਪ੍ਰੈਸ਼ਰ ਬੜਾ ਕਾਮਨ ਕਾਜ਼ ਹੈ ਜੀ ਸਰ, ਜਿਹੜੇ ਕਾਜ਼ਜ਼ ਨੇ ਤੁਹਾਨੂੰ ਇੱਕ ਵਾਰੀ ਸਰ ਐਗਜ਼ੈਕਟਲੀ, ਕਿਉਂਕਿ ਨਾ ਮਤਲਬ ਜੈਸੇ ਇਨਵਰਟਿਡ ਪੈਪਿਲੋਮਾ ਹੈਗਾ ਹੈ ਨਾ, ਹੈਰੀਡਿਟਿਕ ਜਿਸ ਤਰ੍ਹਾਂ ਐਂਜੀਓਫਾਈਬਰੋਮਾ ਬੋਲਿਆ ਹੈਗਾ, ਕੁਝ ਸੀਰੀਅਸ ਕੰਡੀਸ਼ਨਸ ਹੁੰਦੀਆਂ ਨੇ, ਵੀ ਸ਼ੁਡ ਰੂਲ ਆਊਟ ਦੈਮ ਹੈ ਨਾ। ਤਾਂ ਪੇਸ਼ੈਂਟ ਉਹ ਹਿਡਨ ਨਹੀਂ ਰਹਿਣਾ ਚਾਹੀਦਾ ਤਾਂ ਕਿ ਪੇਸ਼ੈਂਟ ਨੂੰ ਕੋਈ ਵੱਡੀ ਪ੍ਰੈਜੈਂਟੇਸ਼ਨ ਨਾਲ ਹਸਪੀਟਲ ਦੇ ਅੰਦਰ ਆਉਣਾ ਪਏ ਬਾਅਦ ਵਿੱਚ। ਉਹਨੂੰ ਅਰਲੀ ਸਟੇਜ ਦੇ ਉੱਤੇ, ਬਿਕੋਜ਼ ਅਰਲੀ ਡਾਇਗਨੋਸਿਸ ਐਂਡ ਅਰਲੀ ਮਤਲਬ ਜਿੰਨਾ ਜਲਦੀ ਉਹਨੂੰ ਡਾਇਗਨੋਸ ਕਰੀਏ ਉਨੀ ਜਲਦੀ ਉਹਦਾ ਟ੍ਰੀਟਮੈਂਟ ਕਰੀਏ ਤਾਂ ਪੇਸ਼ੈਂਟ ਨੂੰ ਵੀ ਉਹ ਡਿਜ਼ੀਜ਼ ਦਾ ਵੀ ਮਤਲਬ ਜਿਹੜਾ ਰੈਲੇਵੈਂਸ ਹੈ ਉਹ ਵੀ ਥੋੜ੍ਹਾ ਘੱਟ ਜਾਂਦਾ ਉਸ ਵਜ੍ਹਾ ਨਾਲ। ਮੈਨੂੰ ਯਾਦ ਹੈ ਬਚਪਨ ਦੇ ਵਿੱਚ ਕਦੀ ਸਾਨੂੰ ਵੀ ਇਸ ਤਰ੍ਹਾਂ ਤਸਵੀਰ ਫੁੱਟਦੀ ਹੁੰਦੀ ਸੀ ਤਾਂ ਸਾਡੇ ਮਾਂ ਪਿਓ ਸਾਡਾ ਸਿਰ ਜਿਹੜਾ ਨਲਕੇ ਦੇ ਥੱਲੇ ਦੇ ਦਿੰਦੇ। ਬਿਲਕੁਲ।
ਸਿਰ ਬਿਲਕੁਲ। ਪਾਣੀ ਪਾ ਦੇ ਬਿਲਕੁਲ sir। ਸਰ ਦੈਟ ਇਜ਼ ਨੋਨ ਐਜ਼ ਪ੍ਰੋਡਲ ਮੈਥਡ। ਮਤਲਬ ਬੰਦੇ ਨੂੰ ਐਵੇਂ ਪਾਣੀ ਦੇ ਥੱਲੇ ਸਰ ਰੱਖ ਲਓ ਐਂਡ ਕਲੋਜ਼ ਯੋਰ ਨੋਸਟ੍ਰਿਲ। ਇਟ ਇਜ਼ ਮੈਂਸ਼ਨਡ ਇਨ ਆਵਰ ENT ਬੁੱਕਸ। ਇਟ ਵਰਕਸ, ਸਮਟਾਈਮਸ ਇਟ ਵਰਕਸ। ਸੋ ਇਹ ਇੱਕ ਹੋਰ ਬੜੀ ਕਾਮਨ ENT ਬਾਰੇ ਬੜਾ ਕਾਮਨ ਚੀਜ਼ ਇਹ ਹੈ ਕਿ ਅਸੀਂ ਬੜਾ ਘੱਟ ENT ਡਾਕਟਰ ਕੋਲ ਜਾਂਦੇ ਹਾਂ ਆਪਣੀਆਂ ਛੋਟੀਆਂ ਮੋਟੀਆਂ ਤਕਲੀਫਾਂ ਦੀ ਕਾਊਂਟਰ ਤੋਂ ਮੈਡੀਸਨ ਲੈ ਕੇ ਤੇ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਦ ਕਿ ਇਹ ਤਰੀਕਾ ਠੀਕ ਨਹੀਂ। ਸਾਨੂੰ ਕੋਈ ਵੀ ਪ੍ਰੋਬਲਮ ਹੋਵੇ ਕੰਸਲਟ ਕਰਨਾ ਚਾਹੀਦਾ। ਇੱਕ ਸਾਡੇ ਕੋਲ ਪੇਸ਼ੈਂਟ ਕੈਟੇਗਰੀ ਹੈ ਬੱਚੇ। ਬੱਚਿਆਂ ਨੇ ਜਿਵੇਂ ਕੁਝ ਆਪਣੀ ਤਕਲੀਫ ਦੱਸਣੀ ਨਹੀਂ ਕਿ ਮੈਨੂੰ ਕੀ ਹੋ ਗਿਆ, ਉਹਨਾਂ ਨੇ ਸਿਰਫ ਰੋਣਾ ਹੀ, ਜਿਹੜੀ ਮਰਜ਼ੀ ਤਕਲੀਫ ਹੋ ਜਾਏ ਉਹ ਰੋਈ ਜਾਂਦੇ ਐਂਡ ਉਹਦੇ 'ਚ ਕੰਨ ਦਾ ਦਰਦ ਹੁੰਦੀ ਹੈ ਉਹਨਾਂ ਨੂੰ ਬੜੀ ਕਾਮਨ ਐਂਡ ਉਹ ਰੋਈ ਜਾਂਦੇ, ਉਹਨਾਂ ਨੂੰ ਕਾਰਨ ਕੋਈ ਲੱਭਦਾ ਨਹੀਂ। ਬੱਚਿਆਂ ਦੇ ਡਾਕਟਰ ਵੀ ਕਈ ਵਾਰੀ ਲੱਭ ਸਕਦੇ। ਸੋ ਉਹਦੇ ਬਾਰੇ ਤੁਹਾਡਾ ਕੀ ਸਰ? ਬੱਚੇ ਜਿਹੜੇ ਛੋਟੇ ਬੱਚਿਆਂ ਨੂੰ ਉਹਨਾਂ ਦੀ ਜ਼ੁਬਾਨ ਹੀ ਜਿਹੜੀ ਹੈ ਇੱਕ ਰੋਣਾ, ਇੱਕ ਉਹਨਾਂ ਦੀ ਮਤਲਬ ਦੱਸਣਾ ਉਹਨਾਂ ਨੂੰ ਕੋਈ ਡਿਜ਼ੀਜ਼ ਹੋਏਗੀ ਜਾਂ ਕੁਛ ਵੀ ਕੋਈ ਦਿੱਕਤ ਹੋਏਗੀ ਤਾਂ ਉਹਨਾਂ ਸਿਰਫ ਰੋ ਕੇ ਹੀ ਦੱਸਣਾ। ਬਟ ਮਤਲਬ ਸਭ ਤੋਂ ਕਾਮਨ ਜਿਹੜੀ ਮੇਰੀ OPD ਪ੍ਰੈਕਟਿਸ ਵਿੱਚ ਮੈਂ ਦੇਖਿਆ ਪੇਸ਼ੈਂਟਸ ਜਿਹੜੇ ਹੈਗੇ ਬੱਚੇ ਹਨ, ਉਹਨਾਂ ਨੂੰ 2 ਜਾਂ 3 ਦਿੱਕਤਾਂ ਹੁੰਦੀਆਂ ਮੇਨ। ਜਾਂ ਤਾਂ ਕੰਨ ਦੀ ਦਰਦ ਨਾਲ ਹੁੰਦਾ ਹੈ, ਜਾਂ ਉਹਨਾਂ ਨੂੰ ਫਿਰ ਥੋੜਾ ਅਗਰ ਏਜ ਗਰੁੱਪ ਵਧਾ ਦਿੱਤਾ ਜਾਏ ਤਾਂ ਟੌਂਸਲਾਈਟਿਸ ਹੁੰਦਾ ਹੈ। ਉਹ ਟੌਂਸਿਲ ਸਵੈਲਨ ਹੋ ਜਾਂਦੇ ਨੇ। ਔਰ ਜਿਹੜੇ ਜੇ ਕੰਨ ਦੀ ਦਿੱਕਤ ਹੈ ਉਹ ਵੀ ਬਿਕੋਜ਼ ਆਫ ਟੌਂਸਿਲਸ ਔਰ ਐਡੇਨੋਇਡਸ ਦੀ ਵਜ੍ਹਾ ਨਾਲ ਹੁੰਦਾ ਹੈ, ਬਿਕੋਜ਼ ਆਲ ਦੇ ਆਰ ਇੰਟਰ ਰਿਲੇਟਡ। ਵੈਨ ਦੇਰ ਇਜ਼ obstruction in this because middle ear drains into the nasal cavity, there is a eustachian tube which drains into the middle cavity. If it get blocks because of the adenoids, ਤਾਂ ਬੱਚੇ ਦੇ ਕੰਨ ਦੇ ਅੰਦਰ obstruction ਆ ਗਈ ਨਾ, ਫਲੂਇਡ ਨਹੀਂ ਨਿਕਲ ਪਾਇਆ ਤਾਂ ਬੱਚੇ ਦੇ ਕੰਨ ਦੇ ਅੰਦਰ ਦਰਦ ਹੋ ਗਈ। ਤਾਂ ਉਹਦੇ ਵਾਸਤੇ ਫਿਰ ਪ੍ਰੋਪਰਲੀ ਆਦਮੀ ਨੂੰ, ਬੱਚੇ ਨੂੰ ਅਸੀਂ ਦੇਖਦੇ ਹਾਂ, ਫਿਰ ਉਹਨੂੰ ਐਂਟੀਬਾਇਓਟਿਕਸ ਜਾਂ ਜੋ ਵੀ ਜ਼ਰੂਰਤਮੰਦ ਚੀਜ਼ ਹੈ ਮਤਲਬ ਮੈਡੀਕੇਸ਼ਨ ਹੈ ਉਹ ਦਿੰਦੇ ਹੈਗੇ। ਦੂਸਰੀ ਕਾਮਨ ਹੁੰਦਾ ਬੱਚਿਆਂ ਦੇ ਅੰਦਰ ਨੇਜ਼ਲ ਡਿਸਚਾਰਜ। ਬੱਚੇ ਜ਼ੁਕਾਮ ਲੱਗਦਾ ਰਹਿੰਦਾ ਹੈ, ਉਹਨੂੰ ਉਸ ਨਾਲ ਵੀ ਬੱਚੇ ਬਹੁਤ, ਉਹਨਾਂ ਨੂੰ ਵੀ ਕਾਫੀ ਦਿੱਕਤ ਹੁੰਦੀ ਹੈ। ਫਿਰ ਬੱਚਿਆਂ ਨੂੰ ਆਪਾਂ ਐਡਵਾਈਜ਼ ਕਰਦੇ ਹਾਂ ਤੁਸੀਂ ਔਟਰਵਿਨ, ਜਿਹੜੀ ਪੈਡੀਆਟ੍ਰਿਕਸ ਔਟਰਵਿਨ ਵਗੈਰਾ ਹੈ, ਜਿਹੜੇ ਵੀ ਮਤਲਬ ਡਰੱਗਸ ਹੈਗੇ ਜਿਹੜੇ ਜ਼ੁਕਾਮ ਨੂੰ ਰੋਕਦੇ ਨੇ ਉਹ ਦੇਣੇ ਹੈਗੇ। ਇਸ ਅਨੁਸਾਰ ਆਪਾਂ ਰੂਲ ਆਊਟ ਕਰਦੇ ਹਾਂ ਬੱਚਿਆਂ ਦੀ ਡਿਜ਼ੀਜ਼ ਨੂੰ। ਸਰ ਮੋਸਟ ਕਾਮਨ ਤਾਂ ਇਹ ਹੈਗੀਆਂ। ਇੱਕ ਹੋਰ ਬੜੀ ਕਾਮਨ ਅਸੀਂ ਚੀਜ਼ ਦੇਖਦੇ ਹਾਂ ਕਿ ਕਈ ਵਾਰੀ ਬੱਚੇ ਜਮਾਂਦਰੂ ਉਹਨਾਂ ਨੂੰ ਸੁਣਦਾ ਨਹੀਂ। ਓਕੇ ਸਰ। ਡੈਫਨੈਸ। ਯੈਸ। ਕਿੱਦਾਂ ਪਤਾ ਲੱਗੇ ਸਾਨੂੰ ਕਿ ਵੀ ਇਹ ਬੱਚਾ ਡੈਫ ਹੈ? ਯੈਸ ਸਰ। ਸਰ ਇਸ ਦੇ ਉੱਤੇ ਕਾਫੀ ਰਿਸਰਚ ਹੋਈ ਹੈ ਔਰ ਮਤਲਬ ਜਨਰਲੀ ਬੱਚਿਆਂ ਨੂੰ ਜਿਹੜਾ ਆਉਂਦਾ ਨਾ ਕੰਪਲੀਟ ਡੈਫਨੈਸ, ਉਹ ਮਾਂ ਪਿਓ ਨੂੰ ਬੜੀ ਲੇਟਰ ਸਟੇਜਿਸ 'ਤੇ ਪਤਾ ਚੱਲਦਾ ਹੈ, ਕਿਉਂਕਿ ਬੱਚੇ ਉਹ ਪੇਰੈਂਟਸ ਨੂੰ ਲੱਗਦਾ ਹੈ ਕਿ ਜਿਹੜਾ ਸਾਡਾ ਬੱਚਾ ਹੈ ਹੀ ਇਜ਼ ਨੋਰਮਲ, ਬਟ ਇਟ ਇਜ਼ ਆਟੋਮੈਟਿਕਲੀ ਮਤਲਬ ਆਲਟਰਿੰਗ ਦਾ ਡਿਵੈਲਪਮੈਂਟਲ ਸਟੇਟਸ ਆਫ ਦਾ ਚਾਈਲਡ, ਹੈ ਨਾ। ਅਗਰ ਕਿਸੇ ਬੱਚੇ ਨੂੰ ਸੁਣਾਈ ਨਹੀਂ ਦਿੰਦਾ ਪਿਆ ਤਾਂ ਉਹਨੂੰ ਕੁਝ ਚੀਜ਼ਾਂ ਦੀ ਦੁਨੀਆ ਦੇ ਬਾਰੇ 'ਚ ਪਤਾ ਹੀ ਨਹੀਂ ਚੱਲ ਪਾਉਂਦਾ ਪਿਆ। ਤਾਂ ਵੀ ਸ਼ੁੱਡ ਫਸਟ ਆਫ ਆਲ, ਅਗਰ ਇਸ ਤਰੀਕੇ ਦਾ ਕੋਈ ਹੁੰਦਾ ਹੈ ਤਾਂ ਦੇਰ ਆਰ ਨਿਊਨੇਟਲ ਸਕਰੀਨਿੰਗ ਟੈਸਟ, ਜਿਸ ਤਰ੍ਹਾਂ ਆਟੋ ਅਕੋਸਟਿਕ ਐਮਿਸ਼ਨਸ ਹੁੰਦਾ ਹੈ। ਇਟ ਸਟੱਡੀਜ਼ ਅਬਾਊਟ ਦਾ ਆਊਟਰ ਹੇਅਰ ਸੈਲਸ। ਆਊਟਰ ਹੇਅਰ ਸੈਲਸ ਹੁੰਦੇ ਨੇ ਜਿਹੜੇ ਸਾਡੇ ਮੇਨ ਜਿਹੜੇ ਕਨੈਕਟ ਕਰਦੇ ਨੇ ਔਰ ਹੇਅਰਿੰਗ ਦੇ ਅੰਦਰ ਹੈਲਪ ਕਰਦੇ ਨੇ। ਆਟੋ ਅਕੋਸਟਿਕ ਐਮਿਸ਼ਨਸ ਹੋ ਗਏ। ਨਿਊਨੇਟਲ ਸਕਰੀਨਿੰਗ ਦਾ ਅੱਜ ਕੱਲ੍ਹ ਤਾਂ ਇੰਪੋਰਟੈਂਟ ਮੇਨ ਇਸ ਨੂੰ ਕਰਦੇ ਹੈਗੇ ਆ। ਆਟੋ ਅਕੋਸਟਿਕ ਐਮਿਸ਼ਨਸ ਹੋ ਗਿਆ। ਫਿਰ ਇੱਕ ਆਉਂਦਾ ਕੰਪਲੀਟ ਬੱਚੇ ਨੂੰ ਮਤਲਬ ਜਿਹੜਾ ਮਤਲਬ ਬਿਲਕੁਲ ਬੱਚਾ ਸੁਣ ਨਹੀਂ ਪਾਉਂਦਾ ਪਿਆ, ਫॉर दैट ਵੀ ਡੂ ਬੈਰਾ ਇਜ਼ ਅ ਬ੍ਰੇਨਸਟਮ ਆਪਣਾ ਰਿਵੋਕਡ ਪੋਟੈਂਸ਼ੀਅਲ। ਉਸ ਦੇ ਵਿੱਚ ਆਪਾਂ ਫਿਰ ਪੂਰਾ ਕੰਨ ਦੇ ਜਿਹੜੇ ਇਨਫੈਕਟ ਨਰਵ ਤੋਂ ਲੈ ਕੇ ਬ੍ਰੇਨ ਤੱਕ ਸਾਰਾ ਜਿਹੜਾ ਉਹਦਾ ਸਿਸਟਮ ਹੈ ਸਟੱਡੀ ਕਰਦੇ ਹਾਂ। ਫਿਰ ਬੇਸਿਕ IQ ਟੈਸਟ ਕਰਦੇ ਹਾਂ ਪੇਸ਼ੈਂਟ ਦਾ। ਤਾਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਪਤਾ ਚੱਲਦਾ ਬੱਚਾ ਸੁਣ ਪਾਉਂਦਾ ਪਿਆ ਜਾਂ ਨਹੀਂ। ਡਾਕਟਰ ਸਾਹਿਬ ਤੁਸੀਂ ਕਿਸ ਸਟੇਜ ਦੇ ਉੱਤੇ ਤੁਸੀਂ ਏਜ ਦੇ ਉੱਤੇ ਤੁਸੀਂ ਰਿਕਮੈਂਡ ਕਰਦੇ ਹੋ ਨਿਊਨੇਟਲ ਸਕਰੀਨਿੰਗ? ਨਿਊਨੇਟਲ ਸਕਰੀਨਿੰਗ ਤਾਂ 6 ਮੰਥਸ ਤੋਂ ਹੀ ਬੱਚੇ ਨੂੰ ਮਤਲਬ ਪਤਾ ਚੱਲ ਜਾਂਦਾ ਹੈ ਕਿ ਜਿਹੜੇ ਆਟੋ ਅਕੋਸਟਿਕ ਐਮਿਸ਼ਨਸ ਹੈਗੇ ਇਹ ਉਹ। ਲੇਕਿਨ ਉਸ ਟਾਈਮ ਤੇ ਬੱਚੇ ਨੂੰ ਪੇਰੈਂਟਸ ਇਗਨੋਰ ਕਰਦੇ ਹੈਗੇ ਕਿ ਮਤਲਬ ਕਿ ਬੱਚਾ ਸਾਡਾ ਸ਼ਾਇਦ ਨੋਰਮਲ ਹੈਗਾ। ਕਈ OPD ਦੇ ਅੰਦਰ ਪੇਸ਼ੈਂਟਸ ਆਉਂਦੇ ਨੇ ਕਹਿੰਦੇ ਸਾਡਾ ਬੱਚੇ ਨੂੰ ਤਾਂ ਕੋਈ ਦਿੱਕਤ ਹੀ ਨਹੀਂ ਹੈ। ਉਹ ਤੇ ਅਸੀਂ ਉਸ ਨੂੰ ਬੱਚੇ ਨੂੰ ਜਦ ਪੇਰੈਂਟਸ ਨੂੰ ਬੋਲਦੇ ਹਾਂ ਦੂਰ ਖੜੇ ਹੋ ਕੇ ਇਸ ਨੂੰ ਆਵਾਜ਼ ਲਗਾਓ ਜਾਂ ਕੁਝ ਕਰੋ, ਤਾਂ ਉਸ ਟਾਈਮ ਤੇ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਸਾਡੇ ਬੱਚੇ ਨੂੰ ਦਿੱਕਤ ਹੈਗੀ। ਫਿਰ ਉਹਨਾਂ ਨੂੰ ਆਪਾਂ ਉਸ ਦੇ ਅਨੁਸਾਰ ਟੈਸਟ ਰਿਕਮੈਂਡ ਕਰਦੇ ਹਾਂ। ਤਾਂ ਅਲਟੀਮੇਟਲੀ ਇਹ ਤੇ ਸਾਡੇ ਬੜਾ ਕਾਮਨ ਹੈ, ਅਸੀਂ ਪ੍ਰੀਵੈਂਟਿਵ ਚੈੱਕਅਪ ਨੂੰ ਬਲੀਵ ਨਹੀਂ ਕਰਦੇ। ਸੋ ਪਰ ਸਾਡੀ ਇਸ ਚੈਨਲ ਦੇ ਥਰੂ ਤੁਹਾਨੂੰ ਇਹ ਸਾਰਿਆਂ ਨੂੰ ਇਹ ਰਿਕੁਐਸਟ ਹੈ ਜਾਂ ਤੁਹਾਨੂੰ ਸਲਾਹ ਹੈ ਸਾਡੀ ਕਿ ਤੁਸੀਂ ਪ੍ਰੀਵੈਂਟਿਵ ਚੈੱਕਅਪ ਇਜ਼ ਵੈਰੀ ਇੰਪੋਰਟੈਂਟ। ਭਾਵੇਂ ਜਿਹੜਾ ਮਰਜ਼ੀ ਸਾਡੀ ਬ੍ਰਾਂਚ ਹੋਵੇ, ਪਰ ਪ੍ਰੀਵੈਂਟਿਵ ਚੈੱਕਅਪ ਕਰਾਉਣਾ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਦੇ ਜਿਵੇਂ ਤੁਹਾਡੇ ਐਂਟੀਨੇਟਲ ਦੇ ਵਿੱਚ ਜਿਹੜੀ ਪ੍ਰੈਗਨੈਂਸੀ ਦੇ ਦੌਰਾਨ ਤੇ ਬਹੁਤ ਸਾਰੇ ਚੈੱਕਸ ਹੁੰਦੇ ਆ ਤਾਂ ਜੋ ਬੱਚਾ ਜਿਹੜਾ ਹੈ ਉਹ ਹੈਲਦੀ 'ਚ ਪੈਦਾ ਹੋਵੇ।
ਜਿਹਦੇ ਕਿਉਂਕਿ ਕੁਝ ਬੱਚੇ ਨੂੰ ਕੋਈ ਵੂਮ ਦੇ ਵਿੱਚ ਜਾਂ ਗਰਭ ਦੇ ਵਿੱਚ ਹੀ ਕੋਈ ਪ੍ਰੋਬਲਮ ਹੈ, ਤੇ ਉਹ ਜਦੋਂ ਬੱਚਾ ਪੈਦਾ ਹੁੰਦਾ ਹੈ ਤੇ ਅਬਨੋਰਮਲ ਬੱਚਾ ਹੈ, ਉਹਨੂੰ ਹੈਂਡਲ ਕਰਨਾ ਪੇਰੈਂਟਸ ਲਈ ਬੜਾ ਟੌਰਚਰ ਹੈ, ਬੜਾ ਮੁਸ਼ਕਿਲ ਹੁੰਦਾ ਹੈ। ਸੋ ਹੁਣ ਤੇ ਅਸੀਂ ਬੜਾ ਐਂਟੀਨੇਟਲ ਚੈੱਕਅਪਸ ਬੜੇ ਹੁੰਦੇ ਆ, ਅਲਟਰਾਸਾਊਂਡ ਕੀਤੇ ਜਾਂਦੇ ਆ ਡਿਊਰਿੰਗ ਪ੍ਰੈਗਨੈਂਸੀ। ਸੋ ਇਸੇ ਤਰ੍ਹਾਂ ਹੀ ਆਫਟਰ ਬਰਥ ਜਿਵੇਂ ਡਾਕਟਰ ਸਾਹਿਬ ਦੱਸ ਰਹੇ ਆ, ENT ਚੈੱਕਅਪ ਵੀ ਇੱਕ ਸਕਰੀਨਿੰਗ ਪ੍ਰੋਸੀਜਰ ਹੈਗਾ ਹੈ, ਸਾਨੂੰ ਸਾਰਿਆਂ ਨੂੰ ਉਹ ਕਰਾਉਣਾ ਚਾਹੀਦਾ ਹੈ। ਇੱਕ ਡਾਕਟਰ ਸਾਹਿਬ ਹੋਰ ਬੜੀ ਕਾਮਨ ਪ੍ਰੋਬਲਮ ਹੈ, ਜਿਹਦਾ ਕਿ ਥੋੜਾ ਜਿਹਾ ਤੁਹਾਡੇ ਨਾਲ ਵੀ ਤਾਲੁਕ ਹੈ, ਵੈਸੇ ਉਹ ਜਨਰਲੀ ਬ੍ਰੇਨ ਨਾਲ ਜਾਂ ਮੋਟਾਪੇ ਨਾਲ ਜਾਂ ਤੁਹਾਡੇ ਰੈਸਪੀਰੇਟਰੀ ਸਿਸਟਮ ਨਾਲ ਤਾਲੁਕ ਰੱਖਦੇ ਆ, ਉਹ ਹੈ ਸਨੋਰਿੰਗ, ਘਰਾੜੇ ਮਾਰਦੇ ਆ ਲੋਕੀ। ਐਂਡ ਅਸੀਂ ਬੜੇ ਪੇਸ਼ੈਂਟਸ ਦੇਖੇ ਹੈ ਜਿਹੜੇ ਘਰਾੜੇ ਵੱਜਦੇ ਆ ਤੇ ਉਹਨਾਂ ਨੂੰ ਬਲੱਡ ਪ੍ਰੈਸ਼ਰ ਹੁੰਦਾ ਹੈ, ਉਹਨਾਂ ਨੂੰ ਸ਼ੂਗਰ ਹੋ ਜਾਂਦੀ ਹੈ, ਐਂਡ ਉਹ ਬੈਠੇ ਬੈਠੇ ਸੌ ਜਾਂਦੇ ਆ। ਸੋ ਉਹਦੇ ਬਾਰੇ ਤੁਹਾਡਾ ਕੀ ਸਰ ਫਸਟ ਆਫ ਆਲ ਮਤਲਬ ਇਹ ਬੜਾ ਡਿਸਬਲੀਫ ਹੈਗਾ ਕਿ ਮਤਲਬ ਇਟ ਇਜ਼ ਨਾਟ ਰਿਲੇਟਡ ਟੂ ENT, ਬਟ ਆਈ ਵਾਂਟ ਟੂ ਐਕਸਪ੍ਰੈਸ ਕਿ ਇਟ ਇਜ਼ directly or indirectly related to ENT because it's the area which is causing the snoring। ਉਹ ਹੈ ਕਿ ਮਤਲਬ ਜਦ ਆਦਮੀ ਸੌਂਦਾ ਹੈਗਾ ਤਾਂ ਬੇਸ ਆਫ ਟੰਗ ਫਾਲ ਕਰਦਾ ਹੈ। ਹੁਣ ਸਪੇਸ ਜਿਹੜੀ ਹੈ 에ਅਰਵੇ ਨੇ ਜਿਹੜਾ ਆਪਣਾ ਜਦੋਂ ਸਾਹ ਆਦਮੀ ਲੈਂਦਾ ਹੈ, ਉਹ ਸਾਹ ਕਿਤੋਂ ਨਾ ਕਿਤੋਂ ਤਾਂ ਨਿਕਲਣਾ ਹੀ ਹੈ, ਤਾਂ ਜਦੋਂ ਟੰਗ ਫਾਲ ਹੋ ਗਈ ਤਾਂ ਜਿਹੜਾ ਸਪੇਸ ਹੈ ਨੈਰੋ ਹੋ ਜਾਂਦੀ ਹੈ, ਤਾਂ ਦੈਟ ਕਾਜ਼ਸ ਸਨੋਰਿੰਗ। ਔਰ ਉਸੇ ਦੀ ਵਜ੍ਹਾ ਨਾਲ ਜਿਹੜਾ ਐਪਨੀਆ ਹੈਗਾ, ਐਪਨੀਆ ਮਤਲਬ ਸਾਹ ਰੁਕ ਜਾਂਦਾ ਆਦਮੀ ਦਾ। ਸੋ ਇਹ ਇਟ ਇਜ਼ ਰਿਲੇਟਡ ਟੂ ENT ਓਨਲੀ। ਤਾਂ ਫਿਰ ਉਸੇ ਦੇ ਅਨੁਸਾਰ ਫਿਰ ਅਸੀਂ ਉਸਨੂੰ ਰੂਲ ਆਊਟ ਕਰਦੇ ਹਾਂ, ਉਸਨੂੰ ਜਿਹੜੀਆਂ ਰਿਕਮੈਂਡੇਸ਼ਨ ਹੈਗੀਆਂ ਸਾਡੇ ਜਿਹੜੇ ਮਤਲਬ ਟੈਸਟ ਕਰਨੇ ਹੁੰਦੇ ਨੇ ਜਾਂ ਉਸਦਾ ਟਰੀਟਮੈਂਟ ਕਰਨਾ ਹੁੰਦਾ ਹੈ, ਉਹ ਸਾਰੇ ਉਸ ਦੇ ਅਨੁਸਾਰ ਹੀ ਚੱਲਦਾ ਹੈ। ਮੈਂ ਆਪਣੀ ਪ੍ਰੈਕਟਿਸ ਬੜੀ ਪਹਿਲਾਂ ਦੇਖਿਆ ਕਿ ਵੀ ਇਹ ਇੱਕ ਇਹੋ ਜਿਹੀ ਪ੍ਰੋਬਲਮ ਹੈ ਜਿਹੜੀ ਕਿ ਲੋਕੀ ਸਾਡੇ ਨਾਲ ਡਿਸਕਸ ਹੀ ਨਹੀਂ ਕਰਦੇ। ਲੋਕੀ ਜਨਰਲੀ ਘਰਾੜਿਆਂ ਉਹ ਸੋਚਦੇ ਵੀ ਇਹ ਨਾਰਮਲ ਫਿਨੋਮੀਨਾ ਹੈ, ਘਰਾੜੇ ਮਾਰਨੇ ਇਹ ਨਾਰਮਲ ਦੀ ਚੀਜ਼ ਹੈ। ਪਰ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਘਰਾੜੇ ਕਦੀ ਵੀ ਇਹਨੂੰ ਲਾਈਟਲੀ ਨਾ ਲਓ। ਅਸੀਂ ਪੇਸ਼ੈਂਟਸ ਦੇਖੇ ਹੈ ਜਿਹੜੇ ਕਿ ਘਰਾੜੇ ਮਾਰਦੇ ਉਹਨਾਂ ਦਾ ਸਾਹ ਰੁਕ ਗਿਆ ਐਂਡ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਆ ਗਈ ਐਂਡ ਦੇ ਕੈਨ ਡਾਈ। ਸੋ ਜਿਹੜੇ ਬੰਦਿਆਂ ਨੂੰ ਇਹ ਘਰਾੜੇ ਵੱਜਦੇ ਆ, ਉਹ ਜ਼ਰੂਰ ਆਪਣੇ ਫਿਜ਼ੀਸ਼ੀਅਨ ਨਾਲ ਡਿਸਕਸ ਕਰਕੇ ਤੇ ਇੱਕ ਵਾਰੀ ਪ੍ਰੀਲਿਮਿਨਰੀ ਸਭ ਤੋਂ ਪਹਿਲਾਂ ਆਪਣਾ ENT ਚੈੱਕਅਪ ਕਰਾਓ। ਹੋਰ ਵੀ ਇਹਦੇ ਹੁੰਦੇ ਆ ਜਿਹੜਾ ਕਿ ਆਈ ਥਿੰਕ ਇੱਕ ਆਈ ਥਿੰਕ ਇੱਕ ਇਹੋ ਜਿਹਾ ਸਬਜੈਕਟ ਹੈ ਜਿਹੜਾ ਕਿ ਅਸੀਂ ਫੁੱਲ ਫਲੈਜਡ ਇੱਕ ਵਾਰੀ ਡਿਸਕਸ ਕਰਨਾ ਚਾਹਾਂਗੇ। ਐਗਜ਼ੈਕਟਲੀ ਲੋਕਾਂ ਨੂੰ ਬਹੁਤ ਜ਼ਿਆਦਾ ਨੌਲੇਜ ਹੈ ਨਹੀਂ। ਬਿਲਕੁਲ ਸਰ। ਐਂਡ ਇਟ ਇਜ਼ 100% ਕਿਉਰੇਬਲ। ਯੈਸ ਸਰ, ਐਗਜ਼ੈਕਟਲੀ ਇਟਸ 100% ਕਿਉਰ ਬਿਕੋਜ਼ ਹੁਣ ਐਡਵਾਂਸਮੈਂਟ ਜਿਹੜੀਆਂ ਆਈਆਂ ਹੈਗੀਆਂ, ਜਿਸੇ ਆਪਾਂ ਸਲੀਪ ਸਟੱਡੀ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਜਿਹੜੀ ਸਰਜਰੀਜ਼ ਕਰਦੇ ਹਾਂ ਇਹਦੇ ਅੰਦਰ patient get rid of this all symptoms. It is a whole topic ਮਤਲਬ we can discuss on it. So thank you very much ਡਾਕਟਰ ਰਾਜਾ, ਤੁਸੀਂ ਸਾਡੇ ਸਟੂਡੀਓ 'ਚ ਆਏ। ਆਈ ਥਿੰਕ ਆਈ ਸ਼ੋਰ ਕਿ ਲੋਕਾਂ ਨੂੰ ਇਹ ਛੋਟੀਆਂ ਗੱਲਾਂ ਸੀਗੀਆਂ, ਪਰ ਆਈ ਥਿੰਕ ਲੋਕਾਂ ਨੂੰ ਇਹ ਜਨਰਲ ਨੌਲੇਜ ਦੇ ਨਾਲ ਲੋਕਾਂ ਨੂੰ ਫਾਇਦਾ ਹੋਏਗਾ। ਐਂਡ ਕੀਪ ਲਿਸਨਿੰਗ ਟੂ ਆਵਰ ਸ਼ੋਅ। ਐਂਡ ਸਾਡਾ ਇੱਕ ਕਮਿਟਮੈਂਟ ਹੈ ਕਿ ਅਸੀਂ ਤੁਹਾਡੀ ਹੈਲਥ ਬਾਰੇ ਨੌਲੇਜ ਨੂੰ ਹਮੇਸ਼ਾ ਇਨਕਰੀਜ਼ ਕਰਾਂਗੇ। ਸੋ ਸਟੇ ਫਿਟ, ਸਟੇ ਹੈਲਦੀ, eat well and keep on doing exercise. Thank you very much.